ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਖੜੇ ਹੋਏ ਹਾਂ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਜੰਮੂ, ਜਿੱਥੇ ਕਿ ਰਾਤ ਵੀ ਤੁਹਾਡੇ ਨਾਲ ਇੱਕ ਦੁਖਦਾਈ ਖਬਰ ਸਾਂਝੀ ਕੀਤੀ ਹੈ। ਉਸ ਵੇਲੇ ਤੋਂ ਸਾਰੇ ਹੀ ਪਰੇਸ਼ਾਨ ਨੇ, ਅਪਸੈਟ ਨੇ। ਜਿੱਦਾਂ ਵੀਰ ਅਮਨ ਹੋਣਾ ਦੀ ਗੱਲ ਕਰਾਂ, ਮੈਂ ਹੁਣੇ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਕਿ ਕੱਲ੍ਹ ਦਾ ਬਿਲਕੁਲ ਜੀਅ ਨਹੀਂ ਕੀਤਾ ਰੋਟੀ ਖਾਣ ਨੂੰ, ਨਾ ਕਿਸੇ ਨੇ ਕੋਈ ਆਪਦਾ ਕੋਈ ਕੰਮ ਕੀਤਾ। ਜਦੋਂ ਦਾ ਸੁਣਿਆ ਕਿ ਅੰਗਦਪਾਲ ਸਿੰਘ ਇੱਕ ਬੱਚਾ, ਇਹ ਤੁਸੀਂ ਉਹਨਾਂ ਦੀ ਮ੍ਰਿਤਕ ਦੇਹ ਦੇਖ ਰਹੇ ਹੋ, ਸ਼ਾਇਦ ਮੈਂ ਜ਼ਿਆਦਾ ਕੁਝ ਬਿਆਨ ਨਹੀਂ ਕਰ ਪਾਵਾਂਗੀ। ਅਤੇ ਮਾਂ ਹੈ ਜਿਹੜੀ, ਉਹ ਇਸ ਸਮੇਂ ਰੋ ਕੇ, ਮੈਂ ਉਹਨਾਂ ਨੂੰ ਰੋਂਦੇ ਕਰਲਾਉਂਦੇ ਵੇਖਿਆ, ਅਤੇ ਮਾਂ ਮੰਗ ਰਹੀ ਹੈ ਕਿ ਮੈਨੂੰ ਮੇਰਾ ਅੰਗਦ ਦਿਓ, ਮੈਨੂੰ ਮੇਰਾ ਅੰਗਦ ਦਿਓ, ਕਿ ਮੈਂ ਇੱਥੇ ਆਪਣੇ ਅੰਗਦ ਨੂੰ ਇੰਨਾ ਹੱਸਦਾ ਖੇਡਦਾ ਸੋਹਣਾ ਛੱਡ ਕੇ ਗਈ ਸੀ, ਕਿੱਥੇ ਹੈ ਮੇਰਾ ਅੰਗਦ। ਅਤੇ ਮਾਂ ਬਿਲਕੁਲ ਵੀ ਉਸਦੀ ਮ੍ਰਿਤਕ ਦੇਹ ਨੂੰ ਵੇਖਣ ਦੇ ਲਈ ਤਿਆਰ ਨਹੀਂ ਹੈ। ਅਤੇ ਇੱਥੇ ਸਾਰੇ ਹੀ ਉਹਨਾਂ ਦੇ ਰਿਸ਼ਤੇਦਾਰ ਮੌਜੂਦ ਨੇ। ਇਸ ਸਮੇਂ ਪੋਸਟਮਾਰਟਮ ਦੇ ਬਾਅਦ ਜਿਹੜੇ ਉਹਨਾਂ ਦੀ ਮ੍ਰਿਤਕ ਦੇਹ ਆ ਪਰਿਵਾਰ ਦੇ ਹਵਾਲੇ ਕੀਤੀ ਗਈ ਹੈ। ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਦੇ ਲਈ ਜਿਹੜਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਹੈ। ਅਤੇ ਸਾਰੇ ਹੀ ਰਿਸ਼ਤੇਦਾਰ, ਮਿੱਤਰ, ਦੋਸਤ, ਪਰਿਵਾਰ ਮੈਂਬਰ ਬਿਲਕੁਲ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ ਹੈ ਕਿ ਅਸੀਂ ਯਕੀਨ ਕਰੀਏ ਕਿ ਅੰਗਦਪਾਲ ਸਿੰਘ ਹਮੇਸ਼ਾ ਦੇ ਲਈ ਸਾਡੇ ਵਿਚਕਾਰੋਂ ਚਲੇ ਗਏ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਪੋਸਟਮਾਰਟਮ ਬੱਚੇ ਦਾ ਹੋ ਗਿਆ ਹੈ ਅਤੇ ਹੁਣ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਜੀ। ਜਾਣਕਾਰੀ ਜੋ ਵੀ ਤੁਹਾਡੇ ਕੋਲ ਆ ਸਾਂਝੀ ਕਰ ਦਿਓ। ਸਾਡੇ ਕੋਲ ਤੇ ਸਭ ਤੋਂ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤੇ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਬੜੇ ਹੀ ਜ਼ਿਆਦਾ ਨਾਰਾਜ਼ ਹਾਂ। ਕੱਲ੍ਹ ਸ਼ਾਮ ਦਾ ਵਾਕਿਆ ਹੋਇਆ ਹੈ। ਸਾਡੇ ਇਸ ਤੋਂ ਬਾਅਦ ਇੱਥੇ ਆ ਕੇ ਐਜੂਟੇਸ਼ਨ ਕਰਨ ਤੋਂ ਬਾਅਦ ਬੜਾ ਟਾਈਮ ਲੱਗਿਆ, ਉਸ ਤੋਂ ਬਾਅਦ ਹੀ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ। ਔਰ ਇਸ ਟਾਈਮ ਤੱਕ ਸਾਨੂੰ ਸੋਲਿਡ ਪ੍ਰੂਫ ਕੋਈ ਵੀ ਨਹੀਂ ਮਿਲਿਆ ਹੈ ਕਿ ਬੱਚੇ ਨਾਲ ਕੀ ਵਪਾਰ ਹੋਈ ਹੈ, ਕਿ ਨਹੀਂ ਹੋਇਆ। ਜਿੱਥੇ ਤੱਕ ਮੈਂ ਜਾਣਦੀ ਹਾਂ, ਮੇਰਾ ਉਹ ਬ੍ਰਦਰ ਇਨ ਲਾ ਸੀ, ਬਟ ਉਹ ਸਾਡਾ ਬਹੁਤ ਹੀ ਸ਼ਰੀਫ ਔਰ ਆਗਿਆਕਾਰੀ ਔਰ ਗੁਰੂ ਘਰ ਨਾਲ ਜੁੜਨ ਵਾਲਾ ਬੱਚਾ ਸੀ। ਇਹ ਜਿਹਾ ਸਟੈਪ ਨਹੀਂ ਚੁੱਕ ਸਕਦਾ। ਜੋ ਬੱਚਾ ਇਤਨੀ ਮਿਹਨਤ ਕਰ ਰਿਹਾ ਹੈ, ਅਗਰ ਨੀਟ ਦਾ ਐਗਜ਼ਾਮ ਦੇ ਰਿਹਾ, ਉਹ ਬੱਚਾ ਜਿਹੜਾ ਮਾਈਂਡ ਆਫ ਬਰੋਡ ਹੋਏਗਾ। ਇਹ ਸੁਸਾਈਡ ਜੋ ਕੇਸ ਹੈ, ਇਹ ਕੋਈ ਨੈਰੋ ਮਾਈਂਡਡ ਬੱਚਾ ਹੀ ਕਰ ਸਕਦਾ ਹੈ। ਔਰ ਜਿੱਥੇ ਤੱਕ ਸਾਡੀ ਇਹ ਹੈ, ਅਸੀਂ ਐਡਮਿਨਿਸਟ੍ਰੇਸ਼ਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਬੜੇ ਹੀ ਗਰੀਬ ਘਰ ਦੇ ਬੱਚੇ ਨਾਲ ਤਾਲੁਕ ਰੱਖਦਾ ਹੈ। ਸਾਡਾ ਜੋ ਪਿੰਡ ਹੈ ਗੋਟਾ, ਉਹ ਬਹੁਤ ਹੀ ਫਾਰ ਫਲੰਗ ਹੈ, ਉੱਥੇ ਕੋਈ ਵੀ ਫੈਸਿਲਿਟੀ ਨਹੀਂ ਹੈ। ਅਤੇ ਸਾਡੇ ਬੱਚੇ ਜਿਸ ਵਜ੍ਹਾ ਨਾਲ ਬਾਹਰ ਆ ਕੇ ਪੜ੍ਹਦੇ ਹਨ, ਰਹਿੰਦੇ ਹਨ, ਔਰ ਉਸਦਾ ਸਾਨੂੰ ਸਿਲਾ ਇਹ ਮਿਲਦਾ ਹੈ। ਜੀ ਜਿੱਦਾਂ ਭੈਣ ਜੀ ਉਹਨਾਂ ਨੇ ਕਿਹਾ, ਬੜਾ ਹੀ ਸ਼ਰੀਫ ਤੇ ਗੁਰਸਿੱਖ ਬੱਚਾ ਹੈ। ਉਹਨਾਂ ਦੀ ਭੂਆ ਨੇ ਤੇ ਰੋਂਦੇ ਵਿਰਲਾਪ ਕਰ ਰਹੇ ਨੇ ਸਾਰੇ ਹੀ ਕਿ ਅਸੀਂ ਇਉਂ ਨਹੀਂ ਸੀ ਸੋਚਿਆ ਕਿ ਅੰਗਦ ਨੂੰ ਅਸੀਂ ਇੱਦਾਂ ਲੈਣ ਆਵਾਂਗੇ। ਤਾਂ ਮਾਂ ਦਾ ਜੇਕਰ ਅਸੀਂ ਹਾਲ ਵੇਖੀਏ ਤਾਂ ਮਾਂ ਨੂੰ ਮੈਂ ਦੇਖਿਆ ਜ਼ਮੀਨ ਦੇ ਉੱਤੇ ਇੱਕ ਐਂਬੂਲੈਂਸ ਦੇ ਮੂਹਰੇ ਖਲੋ ਕੇ ਜਿਹੜੇ ਤਰਲੇ ਕਰ ਰਹੇ ਨੇ, ਮੇਰਾ ਅੰਗਦ ਦਿਓ, ਮੇਰਾ ਅੰਗਦ ਦਿਓ। ਜੀ ਵੀਰ ਜੀ, ਬਹੁਤ ਦੁੱਖ, ਬਹੁਤ ਜ਼ਿਆਦਾ। ਕੀ ਭੈਣ ਜੀ ਤੁਸੀਂ ਹੌਸਲਾ ਰੱਖੋ। ਮਾਂ ਦਾ ਦੇਖਿਆ ਸੀ ਹਾਲਤ ਤੁਹਾਡੇ, ਕਿ ਮਤਲਬ ਇਸ ਸਮੇਂ ਕਹਿ ਨਹੀਂ ਸਕਦੇ ਕੁਝ ਵੀ। ਪਾਗਲ ਹੋ ਗਏ ਉਹ ਤਾਂ ਇਸ ਟਾਈਮ ਪਾਗਲ ਨੇ ਜੀ। ਤੁਸੀਂ ਉਹਨਾਂ ਨੂੰ ਹੌਸਲਾ ਦਿਓ, ਸੰਭਾਲਣਾ ਤੁਸੀਂ ਆਪਣੇ ਆਪ ਨੂੰ ਸੰਭਾਲਣਾ। ਅਸੀਂ ਕੀ ਸੰਭਾਲਣਾ ਹੈ? ਉੱਪਰ ਵਾਲਾ ਭਰੋਸਾ ਹੁਣ ਸਾਨੂੰ ਸੰਭਾਲੇਗਾ, ਉਹੀਓ ਸਾਰਾ ਦੇਗਾ ਸਾਨੂੰ। ਬੰਦਾ ਬੰਦੇ ਦਾ ਸਾਰਾ ਨਹੀਂ ਬਣ ਸਕਦਾ। ਕੀ ਪ੍ਰਸ਼ਾਸਨ ਤੋਂ ਮੰਗ ਕਰ ਬੱਚੇ ਦਾ, ਹੋਰ ਕੁਝ ਬਸ ਇਨਸਾਫ ਮਿਲਣਾ ਚਾਹੀਦਾ। ਗਰੀਬ ਭਰਾ ਸਾਡਾ, ਉਹ ਜਵਾਨ ਬੱਚਾ ਸੀ, ਇਹਦੇ ਬੱਚੇ ਦੇ ਆਸ ਉਮੀਦ ਸੀ ਕਿ ਬੱਚਾ ਕੱਲ ਬਣੇਗਾ, ਪੜ੍ਹੇਗਾ, ਕੁਝ ਬਣੇਗਾ। ਉਹ ਤੇ ਇਹਨਾਂ ਨੂੰ ਆਸ ਉਮੀਦ ਖਤਮ ਹੋ ਗਈ ਨਾ। ਹੁਣ ਇਨਸਾਫ ਮਿਲਣਾ ਚਾਹੀਦਾ ਬਸ, ਹੋਰ ਕੁਝ ਜੀ। ਜਿਸ ਤਰ੍ਹਾਂ ਦੇ ਨਾਲ ਇਹ ਮ੍ਰਿਤਕ ਦੇ ਆ, ਤੇ ਵੀਰ ਜੀ ਕੁਝ ਉਹਨਾਂ ਦੇ ਵੀ ਵਿਚਾਰ ਸਾਂਝੇ ਜੀ। ਪੜ੍ਹਨ ਵਾਸਤੇ ਆਇਆ ਸੀ ਤੇ ਲੈ ਕੇ ਕੀ ਗਿਆ। ਸਮੇਂ ਕਿਸੇ ਦੇ ਕੋਲ ਵੀ ਸ਼ਬਦ ਨਹੀਂ ਹੈਗੇ ਕਹਿਣ ਨੂੰ। ਵੀਰ ਜੀ, ਸੰਸਕਾਰ ਪਿੰਡ ਕਿਹੜਾ? ਇਹ ਗੋਟਾ ਆਏਗਾ, ਗੋਟਾ ਜੀ, ਚਸਾਨਾ ਰਿਆਸੀ ਚਸਾਨਾ ਗੋਟਾ ਆਉਂਦਾ ਜੀ। ਤੇ ਇਹ ਅੰਗਦਪਾਲ ਸਿੰਘ ਜੀ ਦੀ ਮ੍ਰਿਤਕ ਦੇਹ ਹੁਣ ਇਉਂ ਆਪਦੇ ਜੱਦੀ ਪਿੰਡ ਜਾਵੇਗੀ, ਆਪਦੇ ਘਰ ਜਾਵੇਗੀ। ਕਿਸੇ ਨੇ ਨਹੀਂ ਸੀ ਸੋਚਿਆ। ਮਾਂ ਪਿਓ ਨੇ ਇੱਥੇ ਪੜ੍ਹਨ ਦੇ ਲਈ ਭੇਜਿਆ ਸੀ ਉਹਨੂੰ, ਲੇਕਿਨ ਇਹ ਹੋਵੇਗਾ ਜਾਂ ਜੋ ਵੀ ਹੋਇਆ, ਸ਼ਾਇਦ ਅਸੀਂ ਵੀ ਉਸ ਦਾ ਯਕੀਨ ਕਰਨਾ ਪਾਉਣਾ ਔਖਾ। ਸਾਡੇ ਨਾਲ ਵੀਰ ਤਜਿੰਦਰਪਾਲ ਸਿੰਘ ਜੀ ਅਮਨ ਨੇ, ਜਿਹੜੇ ਕੱਲ੍ਹ ਵੀ ਆਪਾਂ ਵੇਖਿਆ ਰਾਤ ਦੇ ਉੱਥੇ ਹੀ ਨੇ, ਹੁਣ ਵੀ ਇਸ ਪਰਿਵਾਰ ਦੇ ਨਾਲ ਨੇ। ਜੀ ਵੀਰ ਜੀ, ਪੋਸਟਮਾਰਟਮ ਹੋਇਆ, ਕੀ ਕਹਿਣਾ ਡਾਕਟਰਸ ਦੀ ਟੀਮ ਦਾ? ਹਾਲੇ ਚਲੋ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੋਵੇਗੀ, ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ, ਕੀ ਕੁਝ ਜਾਣਕਾਰੀ? देखो, प्रशासन ने जिथे तक अपना साथ देना से उन्हें बखूबी साथ निभाया अपना। उन्होंने सवेरे ही मतलब कि 10 वजे तो अपनी कार्रवाई शुरू करती सी। जो उन्होंने तो बेस्ट हो सके उन्होंने किया। 5 बंदियां दा बोर्ड बनया, 5 डॉक्टर दा बोर्ड दी एक बनी, उहदे विच एक मैजिस्ट्रेट भी शामिल होया, वीडियोग्राफी की गई। मतलब कि जिस तरह का परिवार ने जो मंग की सी वो पूरी
ਉਹ ਪੂਰੀ ਪ੍ਰਸ਼ਾਸਨ ਦੀ ਤਰਫੋਂ ਇਹਨਾਂ ਨੂੰ ਪੂਰੀ ਫੈਸਿਲਿਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਗਈ ਹੈ। ਬਟ ਹੁਣ ਇਹੋ ਹੀ ਦੇਖਣਾ ਹੈ ਕਿ ਇਹਦੇ ਜਿਹੜੇ ਨਤੀਜੇ ਨੇ ਉਹ ਕੀ ਆਣਗੇ, ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਆਏਗਾ, ਕਿ ਜਿਸ ਤਰ੍ਹਾਂ ਕਿ ਰਾਤੀ ਦੀ ਅਸੀਂ ਸਭ ਜੋ ਆਸ਼ੰਕਾ ਲਗਾ ਰਹੇ ਹਾਂ ਕਿ ਮਰਡਰ ਹੈ ਜਾਂ ਸੁਸਾਈਡ ਹੈ, ਇਹ ਹੁਣ ਪੋਸਟਮਾਰਟਮ ਦੇ ਆਉਣ ਦੇ ਬਾਅਦ ਹੀ ਹੋਣਾ ਹੈ, ਕਿਉਂਕਿ ਵੀਡੀਓਗ੍ਰਾਫੀ ਸਾਰੀ ਹੋ ਚੁੱਕੀ ਹੈ। ਮੈਜਿਸਟ੍ਰੇਟ ਇੱਥੇ ਸੀ, 5 ਡਾਕਟਰਾਂ ਦੀ ਟੀਮ ਇੱਥੇ ਸੀ, ਔਰ ਮੇਰੇ ਹਿਸਾਬ ਨਾਲ ਤੇ ਪਰਿਵਾਰ ਵਾਲੇ ਇਸ ਟਾਈਮ ਤੱਕ ਤੇ ਕਾਫੀ ਇਸ ਚੀਜ਼ ਤੋਂ ਤੇ ਸੈਟੀਸਫਾਈਡ ਹਨ। ਬਟ ਹੁਣ ਕਹਿੰਦੇ ਨਾ ਕਿ ਜਿਸ ਮਾਂ ਦੇ ਬਿਲਕੁਲ ਇੱਕ ਪੁੱਤ ਦਾ ਹਾਂ, ਚਲੇ ਜਾਣਾ ਜਿਸ ਤਰ੍ਹਾਂ ਲਾਗੇ ਸੋਤਨ ਜਾਣਾ, ਉਹ ਅਸੀਂ ਨਹੀਂ ਕਰ ਸਕਦੇ। ਬਟ ਹਾਂ, ਜਿੰਨਾ ਹੋ ਸਕਦਾ ਅਸੀਂ ਆਪਣੀ ਤਰਫੋਂ ਕਰਾਂਗੇ ਹੈਲਪ, ਪ੍ਰਸ਼ਾਸਨ ਅੱਗੇ ਵੀ ਮੰਗ ਕਰਾਂਗੇ ਕਿ ਭਾਈ ਇੱਕ ਇਨਸਾਫ ਜਿਹੜਾ ਆ ਉਹ ਇਸ ਪਰਿਵਾਰ ਨੂੰ ਮਿਲੇ। ਗਰੀਬ ਘਰ ਹੈ। ਵੀਰ ਜੀ ਡੈਡ ਬੋਡੀ ਜਿਸ ਅੰਗਦ ਦੀ ਕਿਸ ਸਮੇਂ ਇੱਥੇ ਲਿਆਂਦੀ ਗਈ ਜਦੋਂ ਪਰਿਵਾਰ ਪਹੁੰਚਿਆ? ਪਰਿਵਾਰ ਰਾਤੀ ਕੋਈ 3:10 ਤੇ ਪਹੁੰਚਿਆ ਸੀ ਤੇ ਸਵੇਰੇ 4 ਵਜੇ ਅਸੀਂ ਬੋਡੀ ਜਿਹੜੀ ਹੈ 4:05 ਤੇ ਬੋਡੀ ਜਿਹੜੀ ਅਸੀਂ ਇੱਥੇ ਅੰਦਰ ਮਰਸੀ ਤੇ ਅੰਦਰ ਹੀ ਡਿਪੋਜ਼ਿਟ ਕਰਵਾਤੀ ਸੀ। ਤੇ ਉਸ ਤੋਂ ਬਾਅਦ 10 ਵਜੇ ਦਾ ਟਾਈਮ ਸਾਨੂੰ ਦਿੱਤਾ ਗਿਆ ਸੀ ਤੇ 10 ਵਜੇ ਅਸੀਂ ਸਾਰੇ ਇੱਥੇ ਆ ਗਏ ਸੀ। 10 ਵਜੇ ਤੋਂ ਲੈ ਕੇ ਮਤਲਬ ਕਿ ਪੁਲਿਸ ਪ੍ਰਸ਼ਾਸਨ ਨੇ ਇੱਥੋਂ ਆਪਣੀ ਪੂਰੀ ਕਾਗਜ਼ੀ ਕਾਰਵਾਈ ਕਰਕੇ ਡੀਐਸਪੀ ਕੋਲੋਂ ਮਾਰ ਕਰਵਾ ਕੇ, ਸੁਪਰੀਡੈਂਟ ਕੋਲੋਂ ਮਾਰ ਕਰਵਾ ਕੇ, ਮਤਲਬ ਕਿ ਡੀਸੀ ਕੋਲੋਂ ਮਾਰ ਕਰਵਾ ਕੇ ਪੂਰਾ ਜਿਹੜਾ ਮਤਲਬ ਕਿ ਬੋਰਡ ਬਣਵਾ ਕੇ ਉਸ ਤੋਂ ਬਾਅਦ ਜਿਹੜਾ ਪੋਸਟਮਾਰਟਮ 1 ਘੰਟੇ ਦਾ ਪੋਸਟਮਾਰਟਮ ਹੋਇਆ। 1 ਘੰਟੇ ਦੇ ਪੋਸਟਮਾਰਟਮ ਹੋਣ ਤੋਂ ਬਾਅਦ ਹੁਣ ਬੋਡੀ ਜਿਹੜੀ ਹੈ ਪੇਰੈਂਟਸ ਦੇ ਹੈਂਡਓਵਰ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਉਹਨੇ ਬੋਡੀ ਇੱਥੋਂ ਜਾਏਗੀ ਰਿਆਸੀ ਗੋਟਾ ਦੇ ਵਿੱਚ ਦਾ ਅੰਤਿਮ ਸੰਸਕਾਰ ਹੋਏਗਾ। ਤੇ ਅਸੀਂ ਤੁਹਾਨੂੰ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਜੋ ਵੀ ਹੈ ਇਹਦੇ ਵਾਸਤੇ ਅਰਦਾਸ ਕੀਤੀ ਜਾਏ ਔਰ ਇਨਸਾਫ ਪਰਿਵਾਰ ਨੂੰ। ਪੋਸਟਮਾਰਟਮ ਰਿਪੋਰਟ ਕਿਦੋਂ ਕੁ ਤੱਕ ਗਿਆ ਡਾਕਟਰ ਨੇ? ਦੇਖੋ ਇਹ ਹੁਣ ਜਿਹੜਾ ਇਹਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਬੋਰਡ ਬਣਾਇਆ ਗਿਆ ਹੈ, ਇਹ ਸਾਰਾ ਹੁਣ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਥਰੂ ਹੀ ਹੋਏਗਾ। ਹੁਣ ਜਿਸ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੋਏਗਾ ਮੇਰੇ ਹਿਸਾਬ ਨਾਲ ਪੂਰੀ ਵੈਰੀਫਿਕੇਸ਼ਨ ਹੋਏਗੀ, ਕਿਉਂਕਿ ਜਿਹੜਾ ਜਿੱਥੇ ਜਿਹੜਾ ਸਪੌਟ ਸੀ, ਜਿਸ ਸਪੌਟ ਦੇ ਵਿੱਚ ਇਹਦਾ ਮਤਲਬ ਕਿ ਬੋਡੀ ਪਾਈ ਗਈ ਹੈ, ਉਸ ਸਪੌਟ ਨੂੰ ਵੀ ਫੋਰੈਂਸਿਕ ਲੈਬ ਵਾਲੇ ਜਿਹੜੇ ਨੇ ਪੂਰੀ ਜਾਂਚ ਪੜਤਾਲ ਕਰ ਰਹੇ ਨੇ। ਤੇ ਹੁਣ ਸਾਰਾ ਜਿਹੜਾ ਸਿਸਟਮ ਹੈ ਇਹ ਹੁਣ ਸਾਰਾ ਕਲੱਬ ਹੋ ਕੇ ਹੀ ਮੇਰੇ ਹਿਸਾਬ ਨਾਲ 2 ਤੋਂ 3 ਦਿਨ ਦੇ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਹੈ। ਧੰਨਵਾਦ ਵੀਰ ਜੀ ਗੱਲ ਕਰਨ ਦੇ ਲਈ। ਤੇ ਤੁਸੀਂ ਵੇਖ ਸਕਦੇ ਹੋ ਇੱਥੇ ਬਹੁਤ ਸਾਰੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਅੰਗਦਪਾਲ ਦੇ ਉਹਨਾਂ ਦੇ ਨਾਲ ਜਿਹੜੇ ਸਾਕ ਸੰਬੰਧੀ ਨੇ, ਉਹ ਗੋਟਾ ਤੋਂ ਇੱਥੇ ਆਏ ਹੋਏ ਨੇ। ਤੇ ਹੁਣ ਵੀਰ ਜੀ ਜਿਸ ਤਰ੍ਹਾਂ ਦੇ ਨਾਲ ਸਾਰੇ ਹੀ ਇਸ ਸਮੇਂ ਦੁੱਖ ਦੇ ਵਿੱਚ ਨੇ ਤੇ ਇਸ ਸਮੇਂ ਇਹਨਾਂ ਨੇ ਗੋਟਾ ਹੀ ਵਾਪਸ ਜਾਣਾ। ਡਿਸਟ੍ਰਿਕਟ ਰਿਆਸੀ ਵੀਰ ਜੀ, ਡਿਸਟ੍ਰਿਕਟ ਰਿਆਸੀ ਪੈਂਦਾ, ਡਿਸਟ੍ਰਿਕਟ ਰਿਆਸੀ। ਕੀ ਲੱਗਦਾ ਸੀ ਅੰਗਦਪਾਲ ਤੁਹਾਡਾ? ਸਾਰਾ ਪੰਜਾ ਸੀ, ਭਤੀਜਾ ਸੀ ਜੀ। ਕੱਲ ਤੁਹਾਨੂੰ ਸਾਰਿਆਂ ਨੂੰ ਇਹ ਖਬਰ ਮਿਲੀ, ਸਾਨੂੰ ਪੇਰੈਂਟਸ ਤੱਕ ਇਹ ਖਬਰ ਪਹੁੰਚਾ ਦਿੱਤੀ ਗਈ ਸੀ ਰਾਤੀ ਹੀ? ਆ ਰਾਤ ਨੂੰ ਪਤਾ ਚੱਲ ਗਿਆ ਸਾਨੂੰ 8 ਵਜੇ। ਤੇ ਕਿੰਨੇ ਵਜੇ ਚੱਲੇ ਤੁਸੀਂ ਉੱਥੇ ਤੇ ਜੰਮੂ ਕਿੰਨੇ ਵਜੇ? ਅਸੀਂ ਤਾਂ ਗਈ ਤੇ ਜੰਮੂ ਰਹਿਣਾ ਸਾਂ, ਵੈਸੇ ਸਾਰੇ ਬੰਦੇ ਜਿਹੜੇ ਪਿੱਛੂ ਆਣ ਕੋਟੇ ਤੋਂ ਆਏ ਨਾ, ਔਰ ਰਾਤ ਨੂੰ ਪੁੱਜੇ 12-1 ਵਜੇ ਪੁੱਜੇ। ਜਿੱਦਾਂ ਪਤਾ ਚੱਲਿਆ ਨਾ 8:30 ਵਜੇ ਦੇ ਕਰੀਬ ਪਤਾ ਚੱਲਿਆ ਤੇ ਨਾਲ ਦੇ ਨਾਲ ਹੀ ਨਿਕਲ ਗਏ ਨਾ। ਤੇ ਪਹਿਲੇ ਤੇ ਦੱਸਿਆ ਨਹੀਂ ਕਿ ਡੈਥ ਹੋ ਗਈ ਹੈ, ਤੇ ਬਾਅਦ ਚ ਰਸਤੇ 'ਚ ਪਤਾ ਚੱਲਿਆ ਕਿ ਡੈਥ ਹੋ ਗਈ। ਜਦੋਂ ਮੀਡੀਆ ਦਾ ਹੋ ਗਿਆ ਤੇ ਜੀ ਫਿਰ ਤੁਹਾਡੀ ਜਾਣ ਪਛਾਣ ਤੁਹਾਡੀ ਕਿਵੇਂ? ਮੇਰੇ ਮਾਮਾ ਜੀ ਦਾ ਬੇਟਾ ਹੈ। ਤੁਹਾਡੇ ਮਾਮਾ ਜੀ ਦਾ ਹਾਂਜੀ ਬੇਟਾ। ਹਾਂਜੀ। ਤੇ ਮਤਲਬ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਉਦੋਂ ਸੁਣਾਇਆ? ਨਹੀਂ, ਰਸਤੇ 'ਚ ਪਹਿਲੇ ਨਹੀਂ ਦੱਸਿਆ ਸੀਗਾ, ਇਸ ਤਰ੍ਹਾਂ ਦੱਸਿਆ ਸੀ ਕਿ ਕ੍ਰਿਟੀਕਲ ਹਾਲਤ ਹੈ। ਜਦੋਂ ਬਾਅਦ ਵਿੱਚ ਮੀਡੀਆ ਆ ਗਿਆ ਸਾਰਾ ਪਤਾ ਚੱਲ ਗਿਆ ਉਹਨਾਂ ਨੂੰ, ਤੇ ਮਾਤਾ ਜੀ ਦੀ ਹਾਲਤ ਬੜੀ ਖਰਾਬ ਹੈਗੀ ਹੈ। ਬਿਲਕੁਲ। ਕਿਸ ਤਰ੍ਹਾਂ ਦੇ ਨਾਲ ਹੁਣ ਜਿਹੜਾ ਪਰਿਵਾਰ ਹੈ ਉਹ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ? ਬਸ ਪਰਿਵਾਰ ਦੇ ਵੱਲੋਂ ਇਹੋ ਕਿਹਾ ਜਾ ਰਿਹਾ ਕਿ ਭਾਈ ਇਨਸਾਫ ਹੋਣਾ ਚਾਹੀਦਾ, ਕਿ ਪਤਾ ਚੱਲਣਾ ਚਾਹੀਦਾ ਕਿ ਕਿਸ ਤਰ੍ਹਾਂ ਹੋਈ ਹੈ ਡੈਥ, ਔਰ ਅਗਰ ਹੋਈ ਹੈ ਤੇ ਤੁਹਾਨੂੰ ਕਿਉਂ ਨਹੀਂ ਇਨਫੋਰਮ ਕੀਤਾ ਗਿਆ, ਉੱਥੇ ਪਤਾ ਕਿਉਂ ਨਹੀਂ ਸੀ ਸਾਰਿਆਂ ਨੂੰ? ਤੁਸੀਂ ਅੰਦਰ ਸਾਰੇ ਰਹਿ ਰਹੇ ਹੋ, ਸਟੂਡੈਂਟਸ ਰਹਿ ਰਹੇ ਹੋ, ਕਿਸੇ ਨੂੰ ਨਹੀਂ ਪਤਾ ਕਿ ਅੰਦਰ ਹੋ ਰਹੀ ਹੈ। ਤੇ ਵੀਰ ਜੀ ਜਿਹੜੇ ਉਸ ਪੀਜੀ ਦੇ ਓਨਰ ਸੀਗੇ, ਤੁਸੀਂ ਉੱਥੇ ਹੀ ਸੀ ਰਾਤ ਵੀ ਮੈਂ ਤੁਹਾਨੂੰ ਦੇਖਿਆ, ਜਿਹੜੇ ਮਾਲਕ ਸੀਗੇ ਉਹਨਾਂ ਨੂੰ ਹਜੇ ਉਹਨਾਂ ਦਾ ਕੋਈ ਬਿਆਨ ਜਾਂ ਕੁਝ ਐਸੀ ਜਾਣਕਾਰੀ ਸਾਹਮਣੇ ਕੋਈ ਨਹੀਂ? ਬਿਆਨਬਾਜ਼ੀ ਕੋਈ ਅਜੇ ਸਾਹਮਣੇ ਨਹੀਂ ਆਈ ਹੈ। ਤੇ ਜਿਹੜੇ ਬੱਚੇ ਸਟੂਡੈਂਟ ਸੀ ਨਾਲ ਬੱਚੇ ਕਹਿੰਦੇ ਨੇ ਕਿ ਇਹ ਬੜਾ ਅੱਛਾ ਲੜਕਾ ਸੀ, ਜੋ ਕਿ ਉਹ ਸੱਚ ਕਹਿ ਰਹੇ ਨੇ ਕਿ ਪੜ੍ਹਾਈ ਬੱਚਾ ਪੜ੍ਹਨ ਵਿੱਚ ਬਹੁਤ ਅੱਛਾ ਸੀ ਔਰ ਸਿੰਸੀਅਰ ਇੱਕ ਬੀਬਾ ਬੱਚਾ ਸੀਗਾ, ਬਾਣੀ ਪੜ੍ਹਨ ਵਾਲਾ ਬੱਚਾ ਸੀਗਾ। ਤੇ ਅਸੀਂ ਆਪ ਹੈਰਾਨ ਹੋ ਗਏ ਕਿ ਕਿਸ ਤਰ੍ਹਾਂ ਹੋ ਗਿਆ। ਜਿਸ ਤਰ੍ਹਾਂ ਦੇ ਨਾਲ ਆਪਾਂ ਵੀਰ ਜੱਸੀ ਵੀਰ ਜੀ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਬਹੁਤ ਗੁਰਸਿੱਖ ਬੀਬਾ ਬੱਚਾ, ਗੁਰੂ ਘਰ ਨਾਲ ਪਿਆਰ ਕਰਨ ਵਾਲਾ ਬੱਚਾ ਸੀਗਾ। ਤੇ ਇਸ ਸਮੇਂ ਐਂਬੂਲੈਂਸ ਆ ਜਿਹੜੀ ਉਹ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਰਵਾਨਾ ਹੋ ਚੁੱਕੀ ਹੈ। ਡਿਸਟ੍ਰਿਕਟ ਰਿਆਸੀ ਹੈ ਉਹਨਾਂ ਦਾ ਤੇ ਪਿੰਡ ਗੋਟਾ ਹੈ। ਜਿੱਦਾਂ ਰਿਸ਼ਤੇਦਾਰਾਂ ਨੇ ਕਿਹਾ ਕਿ ਬਹੁਤ ਹੀ ਇੱਕ ਪਿਛੜੇ ਹੋਏ ਇਲਾਕੇ ਤੋਂ ਬੱਚਾ ਉੱਥੋਂ ਆ ਕੇ ਇੱਥੇ ਪੜ੍ਹਨ ਲੱਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਾਂਗਾ, ਜ਼ਿੰਦਗੀ ਦੇ ਵਿੱਚ ਕੁਝ ਬਣਾਂਗਾ। ਤੇ ਲੇਕਿਨ ਪਤਾ ਨਹੀਂ ਸੀ ਜ਼ਿੰਦਗੀ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ। ਪਰ ਇਹ ਮਨਜ਼ੂਰ ਹੋਵੇਗਾ
ਇਹ ਕਿਸੇ ਨੇ ਨਹੀਂ ਸੋਚਿਆ ਹੋਣਾ। ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਜੰਮੂ ਦੇ ਅਸੀਂ ਬਾਹਰ ਖੜੇ ਹੋਏ ਹਾਂ ਤੇ ਮਾਂ ਇੱਥੇ ਸਾਰਿਆਂ ਨੂੰ ਤਰਲੇ ਪਾ ਕੇ ਮੰਗ ਰਹੀ ਹੈ ਕਿ ਮੇਰਾ ਅੰਗਦ ਦੇ ਦਿਓ। ਤੇ ਮੈਂ ਆਪਣੇ ਜਿੱਦਾਂ ਮੈਂ ਉਹਨਾਂ ਦੇ ਮਾਤਾ ਜੀ ਨੂੰ ਵੇਖਿਆ ਤੇ ਉਹ ਕਹਿ ਰਹੇ ਸਨ ਮੈਂ ਆਪਣੇ ਬੱਚੇ ਦੀ ਜਿਹੜੀ ਡੈੱਡ ਬੋਡੀ ਨਹੀਂ ਵੇਖ ਸਕਦੀ, ਮੈਂ ਉਸ ਨੂੰ ਇਸ ਹਾਲਤ ਦੇ ਵਿੱਚ ਨਹੀਂ ਵੇਖ ਸਕਦੀ, ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੈ। ਤੇ ਇਹ ਬਿਲਕੁਲ ਇੱਕ ਮਾਂ ਹੈ, ਉਹਦੀਆਂ ਆਂਦਰਾਂ ਨੇ, ਉਹਦੇ ਸਰੀਰ ਦਾ ਇੱਕ ਅੰਗ ਉਹਦੇ ਤੋਂ ਵੱਖ ਹੋ ਚੁੱਕਿਆ ਹੈ। ਮਾਂ ਬਿਲਕੁਲ ਅਨਕੌਂਸ਼ੀਅਸ ਹੈ ਇਸ ਸਮੇਂ। ਉਹਨਾਂ ਨੂੰ ਨਹੀਂ ਪਤਾ ਸੀ। ਕਹਿ ਦੱਸ ਰਹੇ ਨੇ ਕਿ ਪੂਰਾ 5 ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਾ ਕੇ ਆਇਆ ਹੈ ਬੱਚਾ ਪਰਿਵਾਰ ਦੇ ਨਾਲ। ਹਫਤਾ ਪਹਿਲਾਂ ਪੇਰੈਂਟਸ ਉਹਨੂੰ ਦੁਬਾਰਾ ਛੱਡ ਕੇ ਗਏ ਨੇ, ਪਰ ਪਤਾ ਨਹੀਂ ਸੀਗਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੱਚਾ ਮਿਲੇਗਾ, ਇੱਦਾਂ ਉਹਨਾਂ ਕੋਲੋਂ ਦੂਰ ਹੋ ਜਾਵੇਗਾ ਹਮੇਸ਼ਾ ਦੇ ਲਈ। ਤੇ ਪਰਿਵਾਰ ਦੇ ਵੱਲੋਂ ਜਿਹੜੀ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ, ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਸੁਸਾਈਡ ਨਹੀਂ ਮੰਨਦੇ, ਇਹ ਇੱਕ ਮਰਡਰ ਹੈ ਔਰ ਇਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। 5 ਡਾਕਟਰਾਂ ਦੀ ਟੀਮ ਹੈ ਜਿਹੜੀ ਉਹਨਾਂ ਦੇ ਵੱਲੋਂ ਪੋਸਟਮਾਰਟਮ ਕੀਤਾ ਗਿਆ, ਪੂਰੀ ਵੀਡੀਓਗ੍ਰਾਫੀ ਹੋਈ ਹੈ ਤੇ ਪ੍ਰਸ਼ਾਸਨ ਦੇ ਅੰਡਰ ਹੁੰਦੇ ਹੋਏ ਹੀ ਜਿਹੜੀ ਇਹ ਸਾਰੀ ਪੋਸਟਮਾਰਟਮ ਦੀ ਰਿਪੋਰਟ ਹੈ ਜਿਹੜੀ ਸਾਹਮਣੇ ਆਵੇਗੀ। ਹੁਣ ਉਸੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ, ਸੁਸਾਈਡ ਹੈ, ਮਰਡਰ ਹੈ, ਇਹ ਤਾਂ ਹੁਣ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹੀ ਦੱਸੇਗੀ। ਤੇ 2-3 ਗੱਡੀਆਂ ਨੇ ਜਿਹੜੀਆਂ ਗੋਟਾ ਤੋਂ ਆਈਆਂ ਨੇ, ਉਹ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ, ਇੱਕ ਟਰੈਵਲ ਗੱਡੀ ਖੜੀ ਹੋਈ ਹੈ, ਅੱਗੇ ਵੀ ਇਹ ਸਾਰੇ ਰਿਸ਼ਤੇਦਾਰ ਉਹਨਾਂ ਦੇ ਗੋਟਾ ਤੋਂ ਆਏ ਨੇ। ਕੱਲ ਸਵੇਰੇ 3:30 ਦੇ ਕਰੀਬ ਇੱਥੇ ਪਹੁੰਚੇ ਨੇ ਤੇ ਹੁਣ ਵਾਪਸ ਗੋਟਾ ਨੂੰ ਹੀ ਜਿਹੜਾ ਪਰਿਵਾਰ ਹੈ ਉਹ ਜਾ ਰਿਹਾ ਹੈ। ਤੇ हाँ, रात को हमारी सबसे बात हुई, उनको पुलिस ने इन्वेस्टिगेशन के लिए कहा हुआ मारे गया।